ਅੱਜ ਅੰਮ੍ਰਿਤਸਰ ਦੇ ਵਿੱਚ ਸਫਾਈ ਕਮਿਸ਼ਨ ਦੇ ਮੈਂਬਰ ਸਰਦਾਰ ਇੰਦਰਜੀਤ ਸਿੰਘ ਰਾਏਪੁਰ ਜੀ ਪਹੁੰਚੇ ਹੋਏ ਨੇ। ਸਫਾਈ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਹੋਰ ਵੀ तमाम ਮੁੱਦਿਆਂ ਨੂੰ ਲੈ ਕੇ ਗੱਲਬਾत ਕਰਾਂਗੇ ਸਰ ਉਹਨਾਂ ਨਾਲ। ਪਹਿਲਾਂ ਜੀ ਆਨੂੰ ਜੀ ਤੁਹਾਡਾ ਫੈਕਟ ਨਿਊਜ਼ ਤੇ बहुत बहुत धन्यवाद। सब तो पहले मैं ਤੁਹਾਡੇ इस चैनल का और अपने ਸਰੋਤਿਆਂ ਦਾ बहुत बहुत धन्यवाद करदा जिन्होंने ਤੁਸੀਂ ਆਪਣਾ टाइम ਕੱਢ ਕੇ ਇੱਥੇ ਸਾਡੀ ਇੰਟਰਵਿਊ ਲੈਣ ਪਹੁੰਚੇ। ਸਰਦਾਰ ਸਾਹਿਬ ਮੈਨੂੰ ਇਹ ਦੱਸੋ ਅੱਜ ਕਿਸ ਮੁੱਦਿਆਂ ਨੂੰ ਲੈ ਕੇ ਤੁਸੀਂ ਅੰਮ੍ਰਿਤਸਰ ਪਹੁੰਚੇ ਹੋ, ਕਿਹੜੇ ਮੁੱਦੇ ਜਿਹੜੇ? देखो जी मैं माता चरण कौर जी माता चरण कौर कॉलेज जोड़ा है और जो इतने MD है डॉक्टर रणजीत सिंह उन्होंने मैं विजिट कॉलेज पाई सी ਜਿਹੜੇ ਸਾਡੇ SC ਬੱਚੇ ਇੱਥੇ ਕੋਰਸ ਕਰਦੇ ਆ, ਚਾਹੇ ਸੈਂਟਰੀ ਇੰਸਪੈਕਟਰ ਦਾ ਹੋਵੇ ਚਾਹੇ ਉਹ ਫਾਇਰਮੈਨ ਦਾ ਹੋਵੇ, ਉਹਨਾਂ ਫੀਸਾਂ ਬਾਰੇ ਜੋ ਉਹਨਾਂ ਦੇ ਸੰਬੰਧ ਵਿੱਚ ਇਹਨਾਂ ਨਾਲ ਗੱਲ ਕਰਨਾ ਸੀ। ਕਿਉਂਕਿ ਮੈਨੂੰ ਜਿੱਥੇ ਵੀ ਮੈਂ ਪੂਰੇ ਪੰਜਾਬ ਦੀਆਂ ਕਮੇਟੀਆਂ ਚਾਹੇ ਕਾਰਪੋਰੇਸ਼ਨ ਦੇ ਵਿੱਚ ਵਿजिट ਪਾਈ ਉੱਥੋਂ ਦੇ ਜਿਹੜੇ ਮੈਂ ਕਿਤੇ ਗੱਲ ਕੀਤੀ ਉਹਨਾਂ ਨੇ ਇੰਸਪੈਕਟਰ ਨੇ ਕੀਤੀ ਜੀ ਮੈਂ ਮਾਤਾ ਚਰਨ ਕੌਰ ਤੋਂ ਅੰਮ੍ਰਿਤਸਰ ਤੋਂ ਕੋਰਸ ਕੀਤਾ ਔਰ ਵੱਖ-ਵੱਖ ਪੂਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਜਿਹੜੇ ਇੱਥੋਂ ਦੇ ਬੱਚੇ ਪੜ੍ਹ ਕੇ ਕੋਰਸ ਕਰਕੇ ਪੰਜਾਬ ਦੇ ਕੋਨੇ-ਕੋਨੇ ਦੀਆਂ ਕਮੇਟੀਆਂ ਨਗਰ ਪੰਚਾਇਤਾਂ ਵਿੱਚ ਜਾ ਕੇ ਲੱਗੇ ਨੇ। ਔਰ ਮੇਰਾ ਫਿਰ ਮਨ ਬਣਿਆ ਕਿ ਮੈਂ ਕਿਹਾ ਉਹਨਾਂ ਦੇ ਕੋਲ ਆਪਾਂ ਵਿजिट ਪਾਈਏ ਉਸ ਕਾਲਜ ਦੇ ਵਿੱਚ। ਔਰ ਇੱਥੇ ਅੱਜ ਮੈਂ ਵਿजिट ਪਾਉਣ ਆਇਆ ਔਰ MD ਸਾਹਿਬ ਨਾਲ ਮੈਂ ਗੱਲਬਾਤ ਕੀਤੀ ਕਿ ਜਿਹੜੇ ਸਾਡੇ SC ਬੱਚੇ ਹੈ ਇੱਥੇ ਕੋਰਸ ਕਰਦੇ ਹੈ SC ਬੱਚਿਆਂ ਨੂੰ ਤਾਂ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਸਕੋਲਰਸ਼ਿਪ ਦੇਣੀ ਹੈ, ਪਰ ਉਹਦੇ ਨਾਲ ਜਿਹੜੇ ਕੋਈ ਹੋਰ ਵਰਗ ਦੇ ਬੱਚੇ ਆ ਉਹਨਾਂ ਵਾਸਤੇ ਮੈਂ MD ਸਾਹਿਬ ਨਾਲ ਗੱਲ ਕੀਤੀ ਹੈ ਕਿ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਉਹਦੀ ਹੈਲਪ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਵੀ ਬੱਚੇ ਜਿਹੜੇ ਆ ਜ਼ਰੂਰੀ ਨਹੀਂ ਹੈ ਕਿ SC ਹੀ ਗਰੀਬ ਹੁੰਦੇ ਆ, ਦੂਸਰੇ ਵਰਗਾਂ ਦੇ ਬੱਚੇ ਵੀ ਜਿਹੜੇ ਆ ਉਹ ਗਰੀਬ ਹੁੰਦੇ ਆ ਔਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਾਂ ਜਿਹੜੀ ਆ ਉਹ ਫੀਸ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਫੀਸ ਘੱਟ ਲਈ ਜਾਓ। ਇੰਦਰਜੀਤ ਜੀ ਸਫਾਈ ਕਰਮਚਾਰੀਆਂ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੇ, ਆਏ ਦਿਨ ਅਸੀਂ ਦੇਖਦੇ ਹਾਂ ਧਰਨੇ ਪ੍ਰਦਰਸ਼ਨ ਨੂੰ ਲਾਏ ਜਾ ਰਹੇ ਨੇ, ਉਹਨਾਂ ਦੀਆਂ ਮੁਸ਼ਕਿਲਾਂ ਕਿਵੇਂ ਹੱਲ ਕੀਤੀਆਂ ਜਾਂਦੀਆਂ? देखो जी मैं ਜਦੋਂ ਦਾ ਮੈਨੂੰ ਤਕਰੀਬਨ 1.5 ਸਾਲ ਹੋ ਗਿਆ ਕਮਿਸ਼ਨ ਦਾ ਮੈਂਬਰ ਬਣੇ ਨੂੰ ਔਰ ਜਿੱਥੇ ਵੀ ਮੈਨੂੰ ਲੱਗਦਾ ਹੈ ਕਿ ਕਿਸੇ ਅਫਸਰ ਨੇ ਸਫਾਈ ਸੇਵਕਾਂ ਦੇ ਨਾਲ ਉਹਦਾ ਸ਼ੋਸ਼ਣ ਕੀਤਾ ਜਾਂ ਠੇਕੇਦਾਰ ਨੇ ਕੀਤਾ ਹੈ ਔਰ ਮੈਂ ਬਣਦੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਹੈ ਔਰ ਜਿੱਥੇ ਵੀ ਇੱਕ ਵਾਰੀ ਮੈਂ ਵਿजिट ਪਾ ਦੇਣਾ ਦੁਬਾਰਾ ਉੱਥੋਂ ਦੇ ਅਫਸਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਕਮਿਸ਼ਨ ਦਾ ਮੈਂਬਰ ਵਿजिट ਪਾਈ ਹੈ ਔਰ ਜਿਹੜਾ ਅਸੀਂ ਸ਼ੋਸ਼ਣ ਨਹੀਂ ਕਰਨਾ ਔਰ ਉਸ 'ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ। CM ਸਾਡੇ ਸਰਦਾਰ ਚਰਨਜੀਤ ਚੰਨੀ ਜੀ ਹੁਣ ਜਿਹੜੇ ਨਵੇਂ CM ਬਣੇ ਨੇ ਉਹਨਾਂ ਤੋਂ ਕਿੰਨੀਆਂ ਕੁ ਉਮੀਦਾਂ ਨੇ, ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਾਂ ਸੀ ਜਿਹੜੀਆਂ 4.5 ਸਾਲ ਦੇ ਵਿੱਚ ਹੱਲ ਨਹੀਂ ਹੋਈਆਂ, ਕਿੰਨੀਆਂ ਕੁ ਉਮੀਦਾਂ ਨੇ ਕਿ 3 ਮਹੀਨੇ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ? ਬਿਲਕੁਲ ਜੀ ਬਹੁਤ ਤੁਸੀਂ ਵਧੀਆ ਸਵਾਲ ਕੀਤਾ ਹੈ। ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਪੰਜਾਬ ਬਣੇ ਨੇ ਉਹ ਇੱਕ ਬਹੁਤ ਵਧੀਆ ਗਰਾਊਂਡ 'ਤੇ ਜਾ ਕੇ ਕੰਮ ਕਰਦੇ ਨੇ। ਤੁਸੀਂ ਆਪਾਂ ਵੇਖ ਰਹੇ ਅੱਜ 10 ਦਿਨ ਦੇ ਵਿੱਚ ਉਹਨਾਂ ਨੇ ਜੋ ਕੰਮ ਕੀਤੇ ਹੈ ਔਰ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ, ਚਾਹੇ ਉਹ ਕੋਈ ਵੀ ਵਰਗ ਹੈ, ਹਰ ਵਰਗ ਵਾਸਤੇ ਹਰ ਵਰਗ ਦੇ ਉਹ CM ਹੈ ਔਰ ਹਰ ਵਰਗ ਦੇ ਉਹ ਨਾਲ ਜਾ ਕੇ ਖੜ੍ਹਦੇ, ਚਾਹੇ ਉਹ ਕਿਸਾਨਾਂ ਦੀ ਗੱਲ ਮੈਂ ਕਰਾਂ, ਚਾਹੇ ਉਹ ਕਿਸੇ ਗਰੀਬ ਦੀ ਗੱਲ ਕਰਾਂ, ਚਾਹੇ ਕਿਸੇ ਵੀ ਵਰਗ ਦੀ ਮੈਂ ਗੱਲ ਕਰਾਂ। CM ਸਾਹਿਬ ਦਾ ਇੱਕ ਬਹੁਤ ਵਧੀਆ ਜਿਹੜਾ ਅੱਛਾ ਮੈਸੇਜ ਪੂਰੇ ਪੰਜਾਬ ਪੂਰੇ ਇੰਡੀਆ ਵਿੱਚ ਇੱਕ ਤਾਂ ਵਧੀਆ ਪੜ੍ਹੇ ਲਿਖੇ ਔਰ ਅੱਜ ਵੀ ਉਹ 52 ਸਾਲ ਦੀ ਉਮਰ ਵਿੱਚ ਜਿਹੜੀ ਆ ਉਹ ਪੜ੍ਹਾਈ ਕਰ ਰਹੇ। ਸਰਦਾਰ ਸਾਹਿਬ ਜਿਹੜੇ SC ਵਰਗ ਨਾਲ ਜੁੜੇ ਹੁੰਦੇ ਨੇ ਜ਼ਿਆਦਾਤਰ ਬੱਚਿਆਂ ਨੂੰ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ, ਸਕਾਲਰਸ਼ਿਪ ਨਹੀਂ ਮਿਲਦੀ ਜਾਂ ਵਜ਼ੀਫੇ ਨਹੀਂ ਉਹਨਾਂ ਦੇ ਪ੍ਰੋਪਰ ਉਹਨਾਂ ਤਾਈਂ ਪਹੁੰਚ ਪਾਉਂਦੇ, ਉਹਨਾਂ ਨੂੰ ਲੈ ਕੇ CM ਸਾਹਿਬ ਤਾਈਂ ਤੁਹਾਡੀ ਆਵਾਜ਼ ਜਾਏਗੀ? ਬਿਲਕੁਲ ਜੀ ਜਦੋਂ ਆਪਣਾ CM ਸਾਹਿਬ ਮੁੱਖ ਮੰਤਰੀ ਸੀ ਉਸ ਵੇਲੇ ਦੀ ਹੀ ਗੱਲ ਚੱਲਦੀ ਆ ਰਹੀ ਸੀ ਕਿ ਜਿਹੜੇ ਸਾਡੇ SC ਬੱਚੇ ਆ ਸਕਾਲਰਸ਼ਿਪ ਨਹੀਂ ਮਿਲਦੀ, ਉਸ ਦੇ ਵਿੱਚ ਕਾਫੀ ਅੰਕੜਾ ਸੀ, ਫਰਕ ਸੀ ਔਰ ਕੁਛ ਸਾਡੇ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੈ BJP ਦੀ ਉਹਨੇ ਵੀ ਪਿੱਛੇ ਸਾਡੇ ਜਿਹੜੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਹੈ, ਉਹਨਾਂ ਵੀ ਸਾਡੇ ਬੱਚਿਆਂ ਵਾਸਤੇ ਜਿਹੜਾ ਵਜ਼ੀਫਾ ਜਿਹੜਾ ਵਾ ਉਹ ਪਿੱਛੋਂ ਨਹੀਂ ਸੀ ਭੇਜਿਆ ਔਰ ਪੰਜਾਬ ਸਰਕਾਰ ਨੇ ਆਪਣੇ ਕੋਲੋਂ ਜਿਹੜਾ 40% ਜਿਹੜਾ ਸੀ ਉਹ ਆਪਣੇ ਇੱਥੋਂ ਕਾਲਜਾਂ ਨੂੰ ਜਾਂ ਆਪਣੇ ਹੋਰ ਸੈਂਟਰਾਂ ਨੂੰ ਪੈਸੇ ਭੇਜਿਆ ਹੈ ਔਰ ਹੁਣ ਜਿਹੜਾ ਇੱਥੋਂ ਜਿਹੜਾ ਪੈਸਾ ਬੱਚਿਆਂ ਨੂੰ ਰਿਲੀਜ਼ ਸਰਕਾਰ ਨੇ ਕਰ ਦਿੱਤਾ ਹੈ ਔਰ ਜਲਦੀ ਜਿਹੜਾ ਬੱਚਿਆਂ ਦੇ ਅਕਾਊਂਟਾਂ ਵਿੱਚ ਪੈਸੇ ਆ ਜਾਣਗੇ। ਇੰਦਰਜੀਤ ਜੀ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਵੀ ਹੁੰਦੇ ਨੇ ਜਿਹੜੇ ਸਰਕਾਰਾਂ 'ਤੇ ਹੀ ਡਿਪੈਂਡ ਹੁੰਦੇ ਨੇ, ਉਹਨਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ, ਚਾਹੇ ਉਹ ਪੜ੍ਹਾਈ ਨੂੰ ਲੈ ਕੇ ਹੋਣ, ਚਾਹੇ ਜੋਬ ਨੂੰ ਲੈ ਕੇ ਹੋਣ, ਚਾਹੇ ਜਿਵੇਂ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਵੀ ਕਿੰਨੀਆਂ ਕੁ ਉਮੀਦਾਂ ਜਿਹੜੀਆਂ ਨੇ ਹੁਣ ਪੂਰੀਆਂ ਹੋ ਜਾਂਦੀਆਂ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਨੇ ਪੜ੍ਹਾਈ ਦਾ ਵੀ ਖਰਚਾ ਨਹੀਂ ਪੂਰਾ ਦੇ ਪਾਉਂਦੇ ਜਾਂ ਉਹਨਾਂ ਨੂੰ ਵਜ਼ੀਫੇ ਨਹੀਂ ਮਿਲ ਪਾਉਂਦੇ ਜਾਂ ਉਹਨਾਂ ਦੀਆਂ ਫੀਸਾਂ ਨਹੀਂ ਦੇ ਪਾ ਰਹੇ ਆਪਣੀਆਂ, ਉਹਨਾਂ ਦੀਆਂ ਕਿੰਨੀਆਂ ਕੁ ਉਮੀਦਾਂ ਦੀ ਚਾਹੇ ਉਤਰੀ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਹੀ ਗੱਲ ਕਰਦਾ ਜੀ ਕਿ ਮੈਂ ਵੀ ਇੱਕ ਗਰੀਬ ਵਰਗ ਦੇ ਵਿੱਚੋਂ ਗਰੀਬ ਪਰਿਵਾਰ ਦੇ ਵਿੱਚੋਂ ਹਾਂ ਔਰ ਜਦੋਂ ਅਸੀਂ ਵੀ ਪੜ੍ਹਾਈ ਕੀਤੀ ਬਹੁਤ ਔਖਾ ਸੀ ਔਰ ਅੱਜ ਸਾਡੇ ਜੋ CM ਸਾਹਿਬ ਬਣੇ ਨੇ ਉਹ ਵੀ ਇੱਕ ਗਰੀਬ ਵਰਗ ਨੇ ਔਰ ਉਹਨਾਂ ਨੇ ਵੀ ਆਪ ਮਿਹਨਤ ਕਰਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ
ਸਰਕਾਰ ਦਾ, ਜਿਸ ਤਰ੍ਹਾਂ ਸ਼੍ਰੀਮਤੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦਾ, ਜਿਨ੍ਹਾਂ ਨੇ ਇੱਕ ਨਵਾਣੇ ਗਰੀਬ ਦੀ ਬਾਂਹ ਫੜ ਕੇ ਉਹਨੂੰ ਸੀਐਮ ਬਣਾਇਆ। ਤੁਸੀਂ ਪਿੱਛੇ ਵੇਖਿਆ ਜੋ 4.5 ਸਾਲ ਸਾਡੇ ਸਰਦਾਰ ਅਮਰਿੰਦਰ ਸਿੰਘ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਰਹੇ, ਉਹਨਾਂ ਦਾ ਤੇ ਇਹਨਾਂ ਦਾ ਕੰਮ ਕਰਨ ਦਾ ਫਰਕ ਹੈ। ਚਲੋ ਉਹ ਬਹੁਤ ਸਾਡੇ ਬਜ਼ੁਰਗ ਸੀਐਮ ਸੀ, ਸਾਡੇ ਬਜ਼ੁਰਗ ਲੀਡਰ ਸੀ, ਔਰ ਪਰ ਅੱਜ ਜੋ 10 ਦਿਨਾਂ ਵਿੱਚ ਵੇਖਿਆ ਤੁਸੀਂ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ, ਗਰਾਊਂਡ 'ਤੇ ਜਾ ਕੇ ਕੰਮ ਕੀਤਾ ਹੈ, ਔਰ ਹਰ ਵਰਗ ਦੀ ਜਿਹੜੀ ਹੈ ਉਹ ਨਬਜ਼ ਪਛਾਣਦੇ ਹੈ। ਔਰ ਮੈਂ ਆਸ ਕਰਦਾ ਹਾਂ ਕਿ 2022 ਵਿੱਚ ਦੁਬਾਰਾ ਸਰਕਾਰ ਕਾਂਗਰਸ ਪਾਰਟੀ ਦੀ ਬਣਨੀ ਹੈ, ਔਰ 60 ਸੀਟਾਂ 'ਤੇ ਜਿਹੜੀ ਹੈ 60 ਤੋਂ 70 ਸੀਟਾਂ ਪੰਜਾਬ ਸਰਕਾਰ ਕਾਂਗਰਸ ਪਾਰਟੀ ਖੜੂਗੀ, ਔਰ ਸੀਐਮ ਜਿਹੜਾ ਦੁਬਾਰਾ ਸਿਰਫ ਚਰਨਜੀਤ ਸਿੰਘ ਚੰਨੀ ਹੀ ਬਣ ਗਏ। ਔਰ ਆਉਣ ਵਾਲੇ ਸਮੇਂ ਵਿੱਚ ਜਿਹੜਾ ਉਹ ਪੰਜਾਬ ਵਾਸਤੇ, ਹਿੰਦੁਸਤਾਨ ਵਾਸਤੇ ਇੱਕ ਵਧੀਆ ਮੈਸੇਜ ਆਊਗਾ ਕਿ ਪੰਜਾਬ ਦਾ ਕੋਈ ਮੁੱਖ ਮੰਤਰੀ ਜਿਹੜਾ ਹੈ ਉਹ ਬਹੁਤ ਇਮਾਨਦਾਰ ਔਰ ਪੜ੍ਹਿਆ ਲਿਖਿਆ ਜਿਹੜਾ ਵਿਅਕਤੀ ਬਣੇਗਾ। ਇੰਦਰਜੀਤ ਜੀ, ਰਿਪਲੇਸ ਕੀਤਾ ਗਿਆ 4.5 ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਥਾਂ 'ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਰਿਪਲੇਸ ਕਰਕੇ ਸੀਐਮ ਲਾਇਆ। 3 ਮਹੀਨੇ ਰਹਿੰਦੇ ਨੇ, ਕਿੰਨੀਆਂ ਕੁ ਉਮੀਦਾਂ ਨੇ ਕਿ ਕਿੰਨੇ ਕੁ ਵਾਅਦੇ ਪੂਰੇ ਹੋ ਜਾਣਗੇ? ਕਿਉਂਕਿ ਸੀਐਮ ਕੈਪਟਨ ਅਮਰਿੰਦਰ ਸਾਹਿਬ ਸੀ, ਜਦੋਂ ਉਹਨਾਂ ਨੇ ਕਿਹਾ 85% ਵਾਅਦੇ ਪੂਰੇ ਹੋਏ, ਪਰ ਆਮ ਜਨਤਾ ਦੇ ਜਦੋਂ ਵਿਊ ਲੈਂਦੇ ਸੀ ਤਾਂ ਉਹਨਾਂ 'ਚ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਹੁਣ 3 ਮਹੀਨੇ ਦੇ ਵਿੱਚ ਜਿਹੜੇ ਮੁੱਦਿਆਂ ਨੂੰ ਲੈ ਕੇ ਨਵਾਂ ਸੀਐਮ ਲਾਇਆ ਗਿਆ, ਕਿੰਨੇ ਕੁ ਮੁੱਦੇ ਪੂਰੇ ਹੋ ਗਏ, ਕਿੰਨੇ ਕੁ ਵਾਅਦੇ ਪੂਰੇ ਹੋ ਗਏ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ ਕਿ ਜਿਹੜੇ ਸਭ ਤੋਂ ਵੱਡੀ ਸਮੱਸਿਆ ਸੀ ਲੋਕਾਂ ਨੂੰ, ਪਾਣੀ ਦੇ ਬਿੱਲ ਸੀ ਜਿਹੜੇ ਜੀ ਉਹ ਬਿਲਕੁਲ ਮਾਫ ਕਰ ਦਿੱਤੇ ਗਏ। ਉਸ ਤੋਂ ਬਾਅਦ 200 ਯੂਨਿਟ ਜਿਹੜਾ ਸੀ ਲੋਕਾਂ ਦਾ ਕਾਫੀ ਇਕੱਠਾ ਹੋਇਆ ਸੀ, 53 ਲੱਖ ਲੋਕਾਂ ਦਾ ਜਿਹੜਾ ਹੈ ਉਹ ਆਪਣਾ ਪੰਜਾਬ ਸਰਕਾਰ ਜਿਹੜਾ ਹੈ ਚੰਨੀ ਸਰਕਾਰ ਜਿਹੜੀ ਹੈ ਉਹ ਪੇ ਕਰੇਗੀ ਆਪਣੇ ਕੋਲੋਂ। ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਦਾ ਮੀਟਰ ਪੁੱਟਿਆ ਗਿਆ ਹੈ ਔਰ 1500 ਰੁਪਏ ਉਹਦੀ ਫੀਸ ਹੁੰਦੀ ਹੈ, ਉਹ ਵੀ ਪੰਜਾਬ ਸਰਕਾਰ ਆਪਣੇ ਕੋਲੋਂ ਦੇਊਗੀ। ਇੱਕ ਬਹੁਤ ਵਧੀਆ ਮੈਸੇਜ ਹੈ। 53 ਲੱਖ ਲੋਕ ਜਿਹੜੇ ਹੈ ਉਹ ਗਰੀਬ ਲੋਕ ਪੰਜਾਬ ਵਿੱਚ ਰਹਿੰਦੇ ਹੈ, ਪਰ ਉਹਨਾਂ ਦਾ ਜਿਹੜਾ ਬਿਲਕੁਲ 200 ਯੂਨਿਟ ਤੋਂ ਜਿਹੜੇ ਥੱਲੇ ਸੀ ਵਾਲੇ ਸੀ, ਉਹਨਾਂ ਦਾ ਬਿਲਕੁਲ ਮਾਫ ਕਰ ਦਿੱਤਾ ਹੈ। ਪੰਜਾਬ ਸਰਕਾਰ ਆਪਣੇ ਕੋਲੋਂ ਪੈਸੇ ਦੇਊਗੀ। ਔਰ ਮੈਂ ਆਸ ਕਰਦਾ ਹਾਂ ਕਿ ਦਲਿਤ ਸਮਾਜ ਨਹੀਂ, ਕੋਈ ਵੀ ਸਮਾਜ ਦਾ ਗਰੀਬ ਵਰਗ ਚੰਨੀ ਜੀ ਜਿਹੜੇ ਆ ਉਹ ਨਬਜ਼ ਪਛਾਣਦੇ ਹੈ, ਉਹਨਾਂ ਦੀ ਹਰ ਇੱਕ ਦੀ ਹੈਲਪ ਕਰ ਰਿਹਾ ਹੈ। ਔਰ ਆਉਣ ਵਾਲੇ ਦਿਨਾਂ ਵਿੱਚ ਸਾਡੇ ਕਿਸਾਨਾਂ ਦੀ ਮੈਂ ਗੱਲ ਕਰਾਂ, ਸਾਡੇ ਵਪਾਰੀਆਂ ਦੀ ਮੈਂ ਗੱਲ ਕਰਾਂ, ਚਾਹੇ ਮਜ਼ਦੂਰਾਂ ਦੀ ਗੱਲ ਕਰਾਂ, ਹਰ ਵਰਗ ਨਾਲ ਖੜੇ ਹੈ ਔਰ ਹਰ ਵਰਗ ਜਿਹੜਾ ਸੁਖੀ ਹੋ ਜਾਊਗਾ, ਕਿਉਂਕਿ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਸਾਡੀ ਜਿਹੜੀ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਨੇ ਇੱਕ ਐਸਾ ਚਿਹਰੇ ਨੂੰ ਮੁੱਖ ਮੰਤਰੀ ਬਣਾਤਾ ਪੰਜਾਬ ਦਾ, ਜਿਹੜਾ ਕਿ ਗਰਾਊਂਡ ਤੋਂ ਉੱਠਿਆ ਹੈ ਔਰ ਲੋਕਾਂ ਦੀ ਨਬਜ਼ ਪਛਾਣਦਾ ਹੈ, ਔਰ ਆਉਣ ਵਾਲੇ ਦਿਨਾਂ ਵਿੱਚ ਇੱਕ ਵਧੀਆ ਹੋ ਜਾਊਗਾ ਪੰਜਾਬ ਵਾਸਤੇ। ਰਾਜਪੁਰ ਸਾਹਿਬ, ਮੇਰਾ ਲਾਸਟ ਸਵਾਲ ਹੈ ਜੀ, ਅੱਜ ਤੁਸੀਂ ਅੰਮ੍ਰਿਤਸਰ ਪਹੁੰਚੇ ਹੋ, ਜਿਹੜੀ ਫਾਇਰਮੈਨ ਜਾਂ ਸੈਂਟਰੀ ਵਾਲੇ ਪ੍ਰੋਬਲਮਾਂ ਦੱਸੀਆਂ ਗਈਆਂ ਨੇ, ਇਹ ਮੁੱਦੇ ਕਿੰਨੀ ਕੁ ਜਲਦ ਹੱਲ ਹੋਣ ਦੀ ਤੁਸੀਂ ਭਰੋਸਾ ਦਿੱਤਾ ਹੈ? ਬਿਲਕੁਲ ਜੀ, ਮੈਂ ਆਉਣ ਵਾਲੇ ਨੈਕਸਟ ਅਗਲੇ ਹਫ਼ਤੇ ਜਿਹੜਾ ਉਹ ਸੀਐਮ ਸਾਹਿਬ ਨਾਲ ਮੀਟਿੰਗ ਕਰਾਂਗੇ, ਔਰ ਉਹਨਾਂ ਮੈਂ ਸਭ ਤੋਂ ਪਹਿਲਾਂ ਤਾਂ ਉਹ ਪਹਿਲਾਂ ਹੀ ਉਹਨਾਂ ਦਾ ਬੜਾ ਧਿਆਨ ਹੈ ਇਸ ਚੀਜ਼ ਵੱਲ ਕਿ ਜਿਹੜੇ ਸਾਡੇ ਸਫਾਈ ਸੇਵਕ ਹੈ, ਚਾਹੇ ਉਹ ਸਾਡੇ 4th ਕਲਾਸ ਦੇ ਕੋਈ ਵੀ ਜਿਹੜਾ ਜੋਬ ਕਰਦਾ ਹੈ, ਕੱਚੀ ਪੋਸਟ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਨੇ, ਚੰਨੀ ਸਰਕਾਰ ਨੇ ਅੱਗੇ ਪਿੱਛੇ ਉਹਨਾਂ ਐਲਾਨ ਕੀਤਾ ਹੈ ਕਿ ਜਿਹੜਾ 4th ਕਲਾਸ ਹੈ ਉਹ ਕੱਚੀ ਪੋਸਟ ਨਹੀਂ ਹੋਗੀ। ਔਰ ਮੈਂ ਸੀਐਮ ਸਾਹਿਬ ਨਾਲ ਗੱਲ ਕਰੂੰਗਾ ਕਿ ਜਿਹੜੇ ਸਾਡੇ ਸੈਂਟਰੀ ਇੰਸਪੈਕਟਰ ਹੈ ਉਹਦੀ ਵੈਕੰਸੀ ਪੂਰੇ ਪੰਜਾਬ ਵਿੱਚ ਬਹੁਤ ਘੱਟ ਹੈ, ਫਾਇਰਮੈਨ ਦੀ ਵੀ ਵੈਕੰਸੀ ਘੱਟ ਹੈ, ਉਹਦੀ ਬਿਲਕੁਲ ਜ਼ਰੂਰ ਬਹੁਤ ਲੋੜ ਹੈ, ਕਿਉਂਕਿ ਕਿਤੇ ਨਾ ਕਿਤੇ ਘਟਨਾ ਪੰਜਾਬ ਵਿੱਚ ਵਾਪਰਦੇ ਰਹਿੰਦੇ ਆ। ਔਰ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਪੱਕੀ ਭਰਤੀ ਹੋਣੀ ਚਾਹੀਦੀ ਹੈ, ਔਰ ਸੈਂਟਰੀ ਇੰਸਪੈਕਟਰ ਦੀ ਪੱਕੀ ਭਰਤੀ ਹੋਣੀ ਚਾਹੀਦੀ ਹੈ, ਕਿਉਂਕਿ ਕੱਚੀ ਭਰਤੀ ਨਹੀਂ ਹੋਣੀ ਚਾਹੀਦੀ। ਔਰ ਜਲਦ ਜਿਹੜਾ ਅਸੀਂ ਇਹ ਸੀਐਮ ਸਾਹਿਬ ਨਾਲ ਪਲਾਨ ਬਣਾ ਕੇ ਔਰ ਜਿਹੜੇ ਪੱਕੀ ਭਰਤੀ ਸੈਂਟਰੀ ਇੰਸਪੈਕਟਰ ਦੀ ਔਰ ਜਿਹੜੇ ਸਾਡੇ ਫਾਇਰਮੈਨ ਦੀ ਪੱਕੀ ਭਰਤੀ ਜਲਦ ਕੀਤੀ ਜਾਊਗੀ। ਕਿੰਨੀ ਕੁ ਵੈਕੈਂਸੀਆਂ ਨੇ ਜਿਹੜੀਆਂ ਤੁਹਾਡੇ ਹਿਸਾਬ ਨਾਲ ਇਸ ਵੇਲੇ ਹੈ ਨੇ, ਫਾਇਰਮੈਨ ਦੀ ਹੋਵੇ ਜਾਂ ਸੈਂਟਰੀ ਇੰਸਪੈਕਟਰ ਦੀ ਹੋਵੇ, ਕਿੰਨੇ ਨੌਜਵਾਨ ਨੇ ਜਿਨ੍ਹਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ ਇਸ ਤੋਂ? ਵੇਖੋ ਜੀ, ਸਾਡੇ ਸੈਂਟਰੀ ਇੰਸਪੈਕਟਰ ਦਾ ਕੋਰਸ ਬਹੁਤ ਜ਼ਿਆਦਾ ਪੰਜਾਬ ਵਿੱਚ ਬੱਚਿਆਂ ਨੇ ਕੀਤਾ ਹੈ, ਔਰ ਪਿੱਛੇ 10 ਸਾਲ ਸਰਕਾਰ ਅਕਾਲੀ ਦਲ ਜਿਹੜੀ ਉਹਨਾਂ ਨੇ ਵੀ ਕੋਈ ਭਰਤੀ ਇੰਸਪੈਕਟਰ ਦੀ ਨਹੀਂ ਕੀਤੀ। ਪਰ ਹੁਣ ਆਸ ਕਰਦੇ ਹਾਂ ਕਿ ਜਿਹੜੀ ਚੰਨੀ ਸਰਕਾਰ ਬਣੀ ਹੈ, ਮੁੱਖ ਮੰਤਰੀ ਬਣੇ ਚੰਨੀ ਜੀ, ਔਰ ਜਲਦ ਤੋਂ ਜਲਦ ਇਹ ਭਰਤੀ ਕਰਨਗੇ। ਔਰ ਜਿੱਥੇ ਸਾਡੀਆਂ ਕਮੇਟੀਆਂ ਚਾਹੇ ਕਾਰਪੋਰੇਸ਼ਨਾਂ ਵਿੱਚ ਵੈਕੰਸੀ ਖਾਲੀ ਹੈ ਉਹ ਜਲਦ ਜਲਦ ਭਰੀ ਜਾਊਗੀ। ਆਮ ਪ੍ਰੋਸੈਸ ਚੱਲ ਜੂਗਾ ਜੀ। 3 ਦਿਨ 2 ਕਿਲੋਮੀਟਰ ਨਾਲ ਅਸੀਂ ਵੈਕੰਸੀਆਂ ਕੱਢ ਕੇ ਸੀਐਮ ਸਾਹਿਬ ਨੂੰ ਜਾ ਕੇ ਦੱਸਾਂਗੇ, ਔਰ ਇਹਨੂੰ ਜਲਦ ਜਲਦ ਭਰਿਆ ਜਾਊਗਾ ਵੈਕੰਸੀ। ਮਿਹਰਬਾਨੀ ਜੀ। ਇਹ ਸੀ ਇੰਦਰਜੀਤ ਸਿੰਘ ਰਾਏਪੁਰ ਜੀ, ਜਿਹੜੇ ਕਿ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਨੇ, ਅੱਜ ਅੰਮ੍ਰਿਤਸਰ ਪਹੁੰਚੇ ਨੇ ਅਤੇ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਦੱਸੀਆਂ ਗਈਆਂ ਸੀ ਉਹਨਾਂ ਨੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ। ਗੱਲਬਾਤ ਕਰਾਂਗੇ, ਸਾਡੇ ਨਾਲ ਡਾਕਟਰ ਰਣਜੀਤ ਸਿੰਘ ਜੀ ਅਟਵਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਪਹਿਲਾਂ ਜੀ ਆਏ ਨੂੰ ਜੀ ਤੁਹਾਡਾ ਫੈਕਟ ਨਹੀਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਹੈ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆ ਕੇ ਅਤੇ ਇਹਨਾਂ ਮੁਸ਼ਕਲਾਂ ਬਾਰੇ ਤੁਸੀਂ ਲੋਕਾਂ ਨੂੰ ਦੱਸੋਗੇ, ਕਿਉਂਕਿ ਸਰਦਾਰ ਇੰਦਰਜੀਤ ਸਿੰਘ ਜੀ ਤੇ ਸਾਡੇ ਕੋਲ ਆਏ ਨੇ। ਇਹ ਤਾਂ ਸਿਰਫ ਸਾਡੇ ਤੱਕ ਪਰ ਤੁਸੀਂ ਤਾਂ ਪੂਰੇ ਦੇ ਪੂਰੇ ਜਿਹੜੇ ਹੈਗੇ ਪੰਜਾਬ ਕੀ ਆ
ਔਰ ਫੋਰਨ ਦੇ ਵਿੱਚ ਵੀ ਲੋਕਾਂ ਨੂੰ ਔਰ ਪੂਰੇ ਹਿੰਦੁਸਤਾਨ 'ਚ ਹੀ ਪਤਾ ਲੱਗੇਗਾ ਕਿ ਪੰਜਾਬ ਦੀਆਂ ਇਹ ਮੁਸ਼ਕਲਾਂ ਹੈਗੀਆਂ। ਸੈਂਡ ਇੰਸਪੈਕਟਰ ਹੈ ਜਾਂ ਫਾਇਰਮੈਨ ਹੈ ਜਾਂ ਬੱਚੇ ਜਿਹੜੇ ਬੇਰੁਜ਼ਗਾਰ ਬੈਠੇ ਨੇ ਉਹਨਾਂ ਨੂੰ ਸਰਵਿਸ ਦੇ ਸੰਬੰਧ ਦੇ ਵਿੱਚ ਕਿਹੜੀ ਪ੍ਰੋਬਲਮ ਸੀ ਜਿਹੜੀ ਤੁਸੀਂ ਸਰਦਾਰ ਇੰਦਰਜੀਤ ਸਿੰਘ ਨਾਲ ਸਾਂਝੀ ਕੀਤੀ? ਮੈਂ ਇਹਨਾਂ ਨੂੰ ਭਾਜੀ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਹੈ। ਮੈਂ ਇਹਨਾਂ ਨੂੰ ਦੱਸਿਆ ਕਿ ਸਾਡੇ ਜਿਹੜੇ ਹੈਗੇ ਨੇ 161 ਕਮੇਟੀ ਘਰ ਨੇ ਜਿਹਦੇ ਵਿੱਚ ਤਕਰੀਬਨ 10 ਤੋਂ 20 ਬੰਦੇ ਕੰਮ ਕਰਦੇ ਪਏ ਨੇ ਸੈਂਡ ਇੰਸਪੈਕਟਰ, ਔਰ ਹਰ ਜਿਹੜੀ ਕਮੇਟੀ ਘਰ ਹੈ ਉਹਦੇ ਵਿੱਚ ਘੱਟ ਤੋਂ ਘੱਟ 5 ਪੋਸਟਾਂ ਹੋਣੀਆਂ ਜ਼ਰੂਰੀ ਹੈਗੀਆਂ ਜੀ। ਅਤੇ ਇਹਨਾਂ ਨੂੰ ਘੱਟ ਤੋਂ ਘੱਟ ਵੀ ਕੋਈ 1000 ਬੰਦਾ ਸੈਂਡ ਇੰਸਪੈਕਟਰ ਦੀ ਪੋਸਟ ਪਾਸੇ ਰੱਖਣਾ ਚਾਹੀਦਾ ਸੀ। ਔਰ ਇਹ ਸੈਂਡ ਇੰਸਪੈਕਟਰ ਦੇ ਜਿਹੜੇ ਪਰਮਾਨੈਂਟ ਪਹਿਲਾਂ ਲੱਗੇ ਹੋਏ ਆ ਉਹਨਾਂ ਕੋਲ 10-10 20 ਕਮੇਟੀਆਂ ਦਾ ਚਾਰਜ ਹੈ। ਉਹ ਕਿਸ ਤਰ੍ਹਾਂ ਕੰਮ ਹੋਏਗਾ ਅਗਰ ਇਸ ਤਰ੍ਹਾਂ ਗੰਦਗੀ ਜਿਹੜੀ ਗੰਦਗੀ ਫੈਲੀ ਹੋਈ ਹੈ? ਉਹਦੇ ਕਾਰਨ ਹੀ ਪਹਿਲਾਂ ਹੀ ਆਪਾਂ ਕਰੋਨਾ ਦੀ ਪਹਿਲੀ ਲਹਿਰ ਅਤੇ ਦੂਜੀ ਲਹਿਰ 'ਚੋਂ ਬੜੀ ਮੁਸ਼ਕਿਲ ਨਾਲ ਬਾਹਰ ਆਏ ਸਾਂ, ਅਤੇ ਹੁਣ ਉਹ ਡੇਂਗੂ ਦੀ ਜਿਹੜੇ ਹੈਗੇ ਆ ਉਹਨੇ ਪੈਰ ਪਸਾਰ ਲਏ ਨੇ। ਅਤੇ ਇਹ ਸਭ ਕੁਛ ਜੋ ਵੀ ਕੁਛ ਹੋ ਰਿਹਾ ਇਹ ਗੰਦਗੀ ਕਾਰਨ ਹੀ ਹੋ ਰਿਹਾ। ਮੈਂ ਤਾਂ ਭਾਜੀ ਹੁਣਾਂ ਨੂੰ ਰਿਕੁਐਸਟ ਕੀਤੀ ਹੈ ਕਿ ਤੁਸੀਂ ਨਗਰ ਨਿਗਮ ਜਾਂ ਨਗਰ ਪੰਚਾਇਤ ਜਾਂ ਕਮੇਟੀ ਘਰਾਂ ਦੇ ਵਿੱਚ ਇਹਨਾਂ ਦੀ ਜਲਦੀ ਤੋਂ ਜਲਦੀ ਪੋਸਟਾਂ ਕੱਢ ਕੇ ਇਹਨਾਂ ਬੱਚਿਆਂ ਨੂੰ ਇੱਕ ਤਾਂ ਸਰਵਿਸ ਮਿਲੇਗੀ ਔਰ ਇੱਕ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਇਹਨਾਂ ਦੇ ਰੋਕਥਾਮ ਹੋਵੇਗੀ। ਅਕਬਰ ਸਾਹਿਬ ਮੈਨੂੰ ਇਹ ਦੱਸੋ, ਮਾਤਾ ਚਰਨ ਕੌਰ ਕਾਲਜ ਜਿਹੜਾ ਕਿਸ ਤਰ੍ਹਾਂ ਦੀ ਇੱਥੇ ਕੋਰਸ ਕਰਵਾਏ ਜਾਂਦੇ ਨੇ, ਕਿਹੜੀ ਪੜ੍ਹਾਈ ਹੁੰਦੀ ਹੈ? ਹਾਂ, ਇੱਥੇ ਸਾਡੇ ਕੋਲ ਜੀ ਸੈਂਡ ਇੰਸਪੈਕਟਰ ਦਾ ਕੋਰਸ ਹੈ ਜੋ ਕਿ 25 ਸਾਲ ਪੁਰਾਣਾ ਹੈ ਔਰ 1 ਸਾਲ ਦਾ ਕੋਰਸ ਹੈ, ਔਰ ਇਹਨੂੰ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਗਵਰਨਮੈਂਟ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ। ਕੋਰਸ ਕਰਨ ਤੋਂ ਬਾਅਦ 12-13 ਡਿਪਾਰਟਮੈਂਟ ਦੇ ਵਿੱਚ ਸਰਵਿਸ ਮਿਲ ਜਾਂਦੀ ਹੈ। ਔਰ ਇਹ 25 ਸਾਲ ਦੇ ਦੌਰਾਨ ਸਾਡੇ ਜਿਹੜੇ ਹੈਗੇ ਸਟੂਡੈਂਟ ਹੈ ਮਿਊਨਿਸਪਲ ਕਾਰਪੋਰੇਸ਼ਨ ਕਮੇਟੀ ਘਰਾਂ ਦੇ ਵਿੱਚ, ਹੈਲਥ ਡਿਪਾਰਟਮੈਂਟ 'ਚ, ਰੇਲਵੇ ਡਿਪਾਰਟਮੈਂਟ ਦੇ ਵਿੱਚ, ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਏਅਰਪੋਰਟ 'ਤੇ ਵੀ ਬੱਚੇ ਸਾਡੇ ਪ੍ਰਾਈਵੇਟ ਪਲੇਸਮੈਂਟ ਵੀ ਹੁੰਦੀ ਹੈ। ਜਨਰਲ ਮੈਡੀਕਲ ਕਾਲਜ ਜਿੰਨੇ ਮੈਡੀਕਲ ਕਾਲਜ ਹੈ ਉਹਨਾਂ ਦੀ ਉਹਦੇ ਵਿੱਚ ਵੀ ਅਸੀਂ ਪਲੇਸਮੈਂਟ ਕਰਵਾਉਂਦੇ ਹਾਂ। ਪਰ ਜਿੰਨੇ ਬੱਚੇ ਇੱਥੋਂ ਨਿਕਲ ਕੇ ਜਾਂਦੇ ਨੇ ਉਹਨਾਂ ਨੂੰ ਸਰਵਿਸ ਦਾ ਜਿਹੜਾ ਹੈਗਾ ਨਹੀਂ ਸੀ ਕਿਸੇ ਪਾਸੇ ਹੋ ਰਿਹਾ। ਇਸੇ ਕਰਕੇ ਭਾਜੀ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਤੁਸੀਂ ਇਹਨਾਂ ਬੱਚਿਆਂ ਬਾਰੇ ਵੀ ਸੋਚਿਆ ਜਾਵੇ। ਔਰ ਦੂਸਰਾ ਕੀ ਹੈ, ਜਿਹੜੇ ਫਾਇਰਮੈਨ ਦਾ ਜਿਹੜਾ ਕੋਰਸ ਹੈ ਉਹ 6 ਮਹੀਨੇ ਦਾ, 1 ਮਹੀਨੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਸਰਕਾਰੀ 'ਚ ਹੁੰਦੀ ਹੈ। ਔਰ ਇਹਦੇ ਵਿੱਚ ਪਹਿਲਾਂ ਕੀ ਆ ਆਊਟਸੋਰਸ 'ਤੇ ਰੱਖਦੇ ਨੇ ਮਿਊਨਿਸਪਲ ਕਾਰਪੋਰੇਸ਼ਨ ਫਾਇਰ ਡਿਪਾਰਟਮੈਂਟ ਦੇ ਵਿੱਚ। ਉਹ ਸਾਰੀ ਜਿਹੜੀ ਸੈਲਰੀ ਹੈ 8-9 ਹਜ਼ਾਰ ਰੁਪਏ ਹੈ। ਅਤੇ ਮੈਂ ਭਾਜੀ ਉਹਨਾਂ ਨੂੰ ਕਿਹਾ ਕਿ ਤੁਸੀਂ CM ਸਾਹਿਬ ਨਾਲ ਕਰਕੇ ਗੱਲ ਇਹਨਾਂ ਬੰਦਿਆਂ ਨੂੰ ਵੀ ਪੱਕਿਆਂ ਕੀਤਾ ਜਾਵੇ ਜਿਹੜੇ ਕਿ 7-8 ਹਜ਼ਾਰ ਰੁਪਏ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਹੈ। ਅਕਬਰ ਸਾਹਿਬ ਜ਼ਿਆਦਾਤਰ ਮੁਸ਼ਕਿਲ ਜਿਹੜੀ ਆਉਂਦੀ ਹੈ ਸਾਡੇ SC ਬੰਦੇ ਪੰਜਾਬ ਹੁੰਦੇ ਨੇ ਜਿਹੜੇ ਉਹਨਾਂ ਦੀ ਸਕਾਲਰਸ਼ਿਪ ਨਹੀਂ ਮਿਲਦੀ ਜਾਂ ਉਹਨਾਂ ਨੂੰ ਵਜ਼ੀਫੇ ਦਾ ਹੀ ਨਹੀਂ ਮਿਲ ਪਾਉਂਦੇ ਪ੍ਰੋਪਰ, ਉਹਨਾਂ ਦੀ ਕੋਈ ਡਿਮਾਂਡ ਤੁਸੀਂ ਰੱਖੀ ਹੈ ਸਰਕਾਰ ਦੀ? ਮੈਂ ਇਹਨਾਂ ਬਾਰੇ ਵੀ ਸਕਾਲਰਸ਼ਿਪ ਬਾਰੇ ਵੀ ਗੱਲ ਕੀਤੀ ਹੈ ਕਿ ਅਸੀਂ ਤਕਰੀਬਨ 4-5 ਸਾਲ ਤੋਂ ਸਾਨੂੰ ਨਾ ਹੀ ਕੋਈ ਪੈਸਾ ਮਿਲਦਾ ਪਿਆ। ਔਰ ਮੈਂ ਭਾਈ ਜੀ ਨਾਲ ਰਿਕੁਐਸਟ ਕੀਤੀ ਹੈ ਕਿ ਇਹਦੀ ਜਿਹੜੀ ਹੈਗੀ ਜਿਨ੍ਹਾਂ ਨੇ ਬੱਚਿਆਂ ਨੇ ਕੋਰਸ ਕਰਕੇ ਗਏ ਆ ਉਹਨਾਂ ਦੀ ਵੀ ਜਿਹੜੀ ਆ ਸਕਾਲਰਸ਼ਿਪ ਜਿਹੜੀ ਹੈਗੀ ਰਿਲੀਜ਼ ਕਰਾਈ ਜਾਵੇ। ਉਹਨਾਂ ਦੀ ਵੀ ਭਾਈ ਉਹਨਾਂ ਨੂੰ ਲਿਸਟ ਦਿੱਤੀ ਹੈ। ਦੂਸਰਾ ਕੀ ਹੈ, ਅੱਗੇ ਮੈਂ ਚੰਨੀ ਸਾਹਿਬ ਨੂੰ ਜਾਂ ਭਾਜੀ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਹੁਣ ਜਿਹੜਾ SC ST ਔਰ ਦੂਸਰਾ ਕੀ ਹੈ ਜਨਰਲ ਕੈਟਾਗਰੀ ਹੈਗੀ ਆ ਜੋ ਘਰੋਂ ਬੱਚੇ ਗਰੀਬ ਹੈਗੇ ਨੇ ਉਹਨਾਂ ਨੂੰ ਵੀ ਸਕਾਲਰਸ਼ਿਪ ਦਿੱਤੀ ਜਾਵੇਗੀ, ਨਾ ਕਿ ਜਾਤ ਪਾਤ ਦਾ ਸਿਲਸਿਲੇ ਨੂੰ ਛੱਡ ਕੇ ਆਪਾਂ, ਅਤੇ ਉਹਨਾਂ ਬੱਚਿਆਂ ਦੀ ਵੀ ਮਦਦ ਕੀਤੀ ਜਾਵੇ। ਸਰਕਾਰੀ ਕਾਲਜ ਹੁੰਦੇ ਨੇ ਜ਼ਿਆਦਾਤਰ, ਉਹਨਾਂ ਨੂੰ ਫੰਡ ਕਿਵੇਂ ਮੁਹੱਈਆ ਹੋ ਰਹੇ ਨੇ ਪ੍ਰੋਪਰ ਜਾਂ ਨਹੀਂ ਹੋ ਰਹੇ? ਨਹੀਂ ਦੇਖੋ ਜੀ, ਸਾਡੇ ਤੇ ਇਹ ਡਿਪਲੋਮਾ ਤਾਂ ਸਰਕਾਰੀ ਹੈ ਪਰ ਫੰਡ ਬਿਲਕੁਲ ਨਹੀਂ ਕਰਦਾ ਜੀ। ਨਾ ਕੋਈ ਸਾਨੂੰ ਕਿਸੇ ਗੌਰਮੈਂਟ ਵੱਲੋਂ ਫੰਡਿੰਗ ਹੁੰਦੀ ਹੈ ਔਰ ਨਾ ਹੀ ਇਹ ਕਿਸੇ ਸਾਡੇ ਜੀ ਮੰਤਰੀ ਜਾਂ CM ਸਾਹਿਬ ਜਾਂ ਕਿਸੇ ਨੇ ਵੀ ਜਿਹੜਾ ਹੈਗਾ ਅਸੀਂ ਕੋਈ ਗ੍ਰਾਂਟ ਨਹੀਂ ਮਿਲੀ। ਮੈਂ ਭਾਜੀ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਇਹ ਵੀ ਸਾਡਾ ਜ਼ਰੂਰ ਕਰਵਾਓ। ਬੱਚਿਆਂ ਦੀਆਂ ਪ੍ਰੋਬਲਮਸ ਕਿਵੇਂ ਹੱਲ ਹੋ ਰਹੀਆਂ? ਜੇ ਫੰਡ ਨਹੀਂ ਆ ਰਹੇ ਤਾਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ। ਹਾਂ, ਕੋਵਿਡ ਦੇ ਦੌਰਾਨ ਤੇ ਜਿਹੜਾ ਤੁਹਾਨੂੰ ਪਤਾ ਹੀ ਹੈ ਗਿਲ ਸਾਹਿਬ ਕੇ ਬਹੁਤ ਜਿਹੜੇ ਚੰਗੇ ਤੋਂ ਚੰਗਾ ਬੰਦਾ ਸੀ ਉਹ ਵੀ ਡਾਵਾਂਡੋਲ ਹੋ ਕੇ ਬੈਠਾ ਹੋਇਆ। ਉਸੇ ਕਾਰਨ ਹੀ ਅਸੀਂ ਹੁਣ ਜਿਹੜੀ ਹੈਗੀ ਆ ਸਿਰਫ ਸਰਕਾਰੀ ਫੀਸ ਲੈ ਕੇ ਇਹ ਕੋਰਸ ਕਰਵਾ ਰਹੇ ਹਾਂ। ਇਹਦੇ ਵਿੱਚ 100 ਸੀਟ ਹੈ, 100 ਸੀਟ ਦੇ ਵਿੱਚੋਂ ਕੋਈ 15-20 ਬੱਚੇ ਜਿਹੜੇ ਹੈਗੇ ਨੇ ਪਹਿਲਾਂ ਅਸੀਂ ਕਰਦੇ ਹਾਂ, ਪਰ ਹੁਣ ਅਸੀਂ 10 ਬੱਚੇ ਹੋਰ ਵਧਾ ਲਏ ਨੇ ਕਿ ਜਿਹਦੇ ਵਿੱਚ ਇਹ ਹੈ ਕਿ ਅਸੀਂ ਵਿਦਆਊਟ ਐਨੀ ਜਿਹੜੀ ਹੈਗੀ ਕਾਸਟ ਹੈ ਅਸੀਂ ਸਿਰਫ ਬੱਚਾ ਵੀ ਨਹੀਂ ਲਾਈਕ ਹੋਣਾ ਚਾਹੀਦੀ ਆ, ਉਹਨੂੰ ਅਸੀਂ ਗੌਰਮੈਂਟ ਫੀਸ 'ਤੇ ਅਸੀਂ ਰੱਖ ਰਹੇ ਹਾਂ। ਪਹਿਲਾਂ ਅਸੀਂ 2000 ਰੁਪਇਆ ਮੰਥਲੀ ਫੀਸ ਲੈਂਦੇ ਹਾਂ, ਉਹ ਵੀ ਅਸੀਂ ਹੁਣ 1000 ਰੁਪਇਆ ਮੰਥਲੀ ਫੀਸ ਕਰ ਦਿੱਤੀ ਹੈ ਕਿ ਜਿਹਦੇ ਨਾਲ ਬੱਚਾ ਆਸਾਨੀ ਦੇ ਨਾਲ ਕੋਰਸ ਵੀ ਕਰ ਸਕੇ। ਔਰ ਸਰਕਾਰੀ ਫੀਸ ਵੀ ਜਿਹੜੀ ਆ ਇਕੱਠੀ ਦੇਣ ਦੀ ਇੱਥੇ ਲੋੜ ਨਹੀਂ ਹੈਗੀ, ਉਹ 5-5 10-10 ਹਜ਼ਾਰ ਰੁਪਇਆ ਕਰਕੇ ਫੀਸ ਬੱਚਾ ਪੇ ਕਰ ਸਕਦਾ ਹੈ।
ਤੇ ਆਰਾਮ ਦੇ ਨਾਲ ਕੋਰਸ ਕਰ ਸਕਦਾ। ਔਰ ਦੂਸਰਾ ਕਿ ਫਾਇਰਮੈਨ ਦੀ ਜਿਹੜੀਆਂ ਹੈਗੀਆਂ ਨੇ ਗਵਰਨਮੈਂਟ ਸੈਕਟਰ ਤੇ ਹੈਗਾ, ਪ੍ਰਾਈਵੇਟ ਸੈਕਟਰ ਦੇ ਵਿੱਚ ਅਨਲਿਮਿਟਡ ਜੋਬ ਹੈ। ਹੁਣ ਵੀ ਸਾਨੂੰ ਪ੍ਰੈਜ਼ੈਂਟਲੀ ਜਿਹੜਾ 270 ਬੰਦਿਆਂ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਚੰਗੀਆਂ ਕੰਪਨੀਆਂ ਕੋਈ ਅਬਰੋਡ ਵੀ ਹੈ ਔਰ ਕੁਝ ਇੰਡੀਆ ਦੇ ਵਿੱਚ ਵੀ ਹੈ, ਔਰ 10-15 ਹਜ਼ਾਰ ਰੁਪਏ ਤੋਂ ਲੈ ਕੇ 40 ਹਜ਼ਾਰ ਰੁਪਇਆ ਇਹਨਾਂ ਨੂੰ ਤਨਖਾਹ ਆਰਾਮ ਦੇ ਨਾਲ ਮਿਲ ਜਾਂਦੀ ਹੈ। ਸਰਦਾਰ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਕਿ 270 ਜਿਹੜੇ ਨੇ ਜੋਬ ਦੀ ਅਵੇਲੇਬਿਲਿਟੀ ਹੈ ਜੀ, ਜਿਵੇਂ ਰੁਜ਼ਗਾਰ ਮਿਲ ਜੇ ਫਾਇਰਮੈਨ ਨੂੰ ਜਾਂ ਸੈਂਟਰੀ ਇੰਸਪੈਕਟਰ ਨੂੰ, ਤਾਂ ਹੋਰ ਜਿਹੜੇ ਬੇਰੁਜ਼ਗਾਰ ਸਾਡੇ ਨੌਜਵਾਨ ਫਿਰਦੇ ਨੇ ਉਹਨਾਂ ਨੂੰ ਰੁਜ਼ਗਾਰ ਵੀ ਮਿਲੇਗਾ, ਮੁਹੱਈਆ ਹੋਏਗਾ ਰੁਜ਼ਗਾਰ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਚੀਜ਼ਾਂ ਨੂੰ। ਹਾਂ, ਜ਼ਰੂਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਜਿਹਦੇ ਵਿੱਚ ਜੇ ਅਗਰ ਪ੍ਰਾਈਵੇਟ ਰੱਖਦੇ ਪਏ ਨੇ ਤੇ ਸਰਕਾਰੀ ਵੀ ਇਹਨਾਂ ਨੂੰ ਰੱਖਣਾ ਚਾਹੀਦਾ ਔਰ ਪਰਮਾਨੈਂਟ ਹੀ ਰੱਖਣਾ ਚਾਹੀਦਾ। ਹੁਣ ਸਾਡੇ ਇੱਥੇ ਅੰਮ੍ਰਿਤਸਰ ਕਾਰਪੋਰੇਸ਼ਨ ਲਗਾ ਲਓ ਕਿ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਤਕਰੀਬਨ 350 ਬੰਦੇ ਦੀ ਜ਼ਰੂਰਤ ਹੈ ਤੇ ਜਿਹਦੇ ਵਿੱਚ 70-80 ਬੰਦੇ ਕੰਮ ਕਰਦੇ ਪਏ ਨੇ। ਤੇ ਇਹਦੇ ਵਿੱਚ ਅਗਰ ਕੋਈ ਅੱਗ ਲੱਗ ਜਾਂਦੀ ਹੈ, ਕਿਤੇ ਕੁਝ ਵੀ ਹੋ ਜਾਂਦਾ ਹੈ, ਅਗਰ ਬੱਚਿਆਂ ਨਾਲ ਕੋਈ ਮਿਸਹੈਪਨਿੰਗ ਹੋ ਜਾਂਦੀ ਹੈ, ਸਭ ਤੋਂ ਜ਼ਿਆਦਾ ਜਿਹੜੇ ਠੇਕੇ ਦੇ ਬੱਚੇ ਰੱਖੇ ਹੁੰਦੇ ਆ, 8-10-7-8 ਹਜ਼ਾਰ ਰੁਪਏ ਤਨਖਾਹ ਦੇ। ਤੇ ਮੈਂ CM ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਔਰ ਮੈਂ ਭਾਜੀ ਹੋਣਾ ਨੂੰ ਕਹਾਂਗਾ ਕਿ ਸਾਡੇ ਇੱਕ ਤੁਸੀਂ ਇਸ ਕਾਲਜ ਦਾ ਵੀ ਕੁਝ ਬੱਚਿਆਂ ਦਾ ਵੀ ਸਹਾਰਾ ਬਣੋ ਤੇ CM ਸਾਹਿਬ ਦੇ ਨਾਲ ਜਾ ਕੇ ਤੁਸੀਂ ਗੱਲ ਕਰੋ ਉਹ ਤਾਂ ਇਹਨਾਂ ਦਾ ਨਿਪਟਾਰਾ ਜ਼ਰੂਰ ਕਰਦੇ ਆ। ਕੀ ਆ ਭਰੋਸਾ ਦਿੱਤਾ ਜੀ ਤੁਹਾਨੂੰ ਸਰਦਾਰ ਇੰਦਰਜੀਤ ਸਿੰਘ ਰਾਏਪੁਰ ਜੀ? ਹਾਂਜੀ, ਸਾਨੂੰ ਤੇ ਭਾਜੀ ਹੋਣਾ ਪੂਰਾ ਭਰੋਸਾ ਦਿੱਤਾ ਹੈ ਔਰ ਸਾਨੂੰ ਉਮੀਦ ਹੈ ਕਿ ਜ਼ਰੂਰ ਸਾਡਾ ਹੱਲ ਕਰਨਗੇ ਜੀ। ਸੋ ਮਿਹਰਬਾਨੀ ਅਕਬਰ ਸਾਹਿਬ। ਸੋ ਤੁਸੀਂ ਦੇਖ ਰਹੇ ਹੋ ਕਿ ਅੱਜ ਵਿਜ਼ਿਟ ਕੀਤੀ ਹੈ ਸਰਦਾਰ ਇੰਦਰਜੀਤ ਸਿੰਘ ਜਿਹੜੇ ਰਾਏਪੁਰ ਨੇ, ਉਹਨਾਂ ਵੱਲੋਂ ਵਿਜ਼ਿਟ ਕੀਤੀ ਗਈ ਹੈ ਔਰ ਉੱਥੇ ਜਿਹੜੇ ਇਕਬਾਲ ਸਾਹਿਬ ਨੇ ਉਹਨਾਂ ਨੇ ਆਪਣੀਆਂ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ, ਐਸਸੀ ਸਾਡੇ ਵੀਰ ਨੇ ਜਾਂ ਨੌਜਵਾਨ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਜਿਹੜੀ ਮੁਸ਼ਕਿਲਾਂ ਆ ਰਹੀਆਂ, ਉਹਨਾਂ ਨੂੰ ਤਾਈਂ ਜਿਹੜੀ ਹੈ ਇੱਕ ਮੰਗ ਪੱਤਰ ਦਿੱਤਾ ਹੈ। ਉੱਥੇ ਭਰੋਸਾ ਦਿੱਤਾ ਗਿਆ ਸਰਦਾਰ ਇੰਦਰਜੀਤ ਸਿੰਘ ਵੱਲੋਂ ਕਿ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਸੋ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਤਰਬੀਰ ਕੇ ਲਾਲੀ। ਤੁਸੀਂ ਜੁੜੇ ਰਹੋ ਫੈਕਟ ਨਿਊਜ਼ ਦੇ ਨਾਲ।